ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਧਰਮ ਦੇ ਬਾਨੀ ਮੋਢੀ ਜਾਂ ਸਾਡੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਇਕੱਤਰ ਹੋਏ ਹਾਂ। ਸੋ ਜਦੋਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਤੇ ਕੁਛ ਜਿਹੜੀਆਂ ਇਤਿਹਾਸਕ ਤਸ਼ਬੀਹਾਂ ਚਾਹੇ ਕਵਿਤਾ ਦੇ ਰੂਪ ਵਿੱਚ ਨੇ ਜਾਂ ਬਾਣੀ ਦੇ ਰੂਪ ਵਿੱਚ ਨੇ, ਉਹ ਸਾਡੇ ਸਾਹਮਣੇ ਆਉਂਦੇ ਆ ਵੀ ਚੜਿਆ ਸੋਧਣ ਧਰਤ ਲੁਕਾਈ ਅਤੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਸੋ ਧੁੰਦ ਕਿਹੜੀ ਸੀ, ਅੱਜ ਆਪਾਂ ਉਹਦੇ ਬਾਰੇ ਵਿਚਾਰ ਕਰਨੀ ਆ। ਦੂਸਰਾ ਹੈਗਾ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸੋ ਨਿਰਮਲ ਪੰਥ ਕੀ ਸੀ? ਉਹ ਤੀਜਾ ਪੰਥ, ਉਹ ਨਿਆਰਾ ਪੰਥ ਕੀ ਸੀ? ਉਸ ਨਿਆਰੇ ਪੰਥ ਦੀਆਂ ਭਾਰਤ ਦੀ ਸਮੁੱਚੀ ਰਿਲੀਜੀਅਸ ਟਰਡੀਸ਼ਨ ਨਾਲੋਂ ਕੀ ਵਖਰੇਵੇਂ ਸਨ, ਕੀ ਨਿਆਰਾਪਣ ਸੀ। ਸੋ ਇਹ ਆਪਾਂ ਨੂੰ ਅੱਜ ਜਦੋਂ ਆਪਾਂ ਗੁਰੂ ਸਾਹਿਬ ਦਾ ਪੁਰਬ ਮਨਾਉਂਦੇ ਹਾਂ ਅਤੇ ਇਹ ਵਿਚਾਰਨ ਦੀਆਂ ਕੁਛ ਗੱਲਾਂ ਨੇ। ਵਾਰ-ਵਾਰ ਕਿਹਾ ਜਾਂਦਾ ਵੀ ਸਿੱਖ ਨੇ ਜਿਹੜੇ ਹਿੰਦੂ ਧਰਮ ਦਾ ਹੀ ਹਿੱਸਾ ਨੇ, ਵੀ ਜਾਂ ਹਿੰਦੂਆਂ ਦੀ ਰਾਖੀ ਲਈ ਸਿਕਿਉਰਿਟੀ ਗਾਰਡ ਦੇ ਤੌਰ 'ਤੇ ਪੈਦਾ ਹੋਏ ਨੇ, ਜਿਨ੍ਹਾਂ ਨੂੰ 10,000 ਰੁਪਇਆ ਤਨਖਾਹ ਦਿੱਤੀ ਜਾਂਦੀ। ਮਾਲਕ ਉਹ ਨੇ ਜਿਨ੍ਹਾਂ ਦੀ ਅਸੀਂ ਰਾਖੀ ਕਰਦੇ ਹਾਂ ਅਤੇ ਅਸੀਂ ਸਿਕਿਉਰਿਟੀ ਗਾਰਡ ਹਾਂ ਜਿਹੜੇ 5-5 6-6 ਹਜ਼ਾਰ ਰੁਪਏ ਦੀ ਨੌਕਰੀ ਕਰਨ ਲਈ ਉਹਨਾਂ ਨੇ ਨੌਕਰ ਰੱਖੇ ਹੋਏ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਵਰਤਾਂਤ ਹੈ ਉਹ ਸਿਰਜਿਆ ਜਾ ਰਿਹਾ। ਇੱਕ ਹੋਰ ਆਉਂਦਾ ਹੈਗਾ ਵੀ ਆਪਾਂ ਕਵਿਤਾ ਦੇ ਰੂਪ ਵਿੱਚ ਪੜ੍ਹਦੇ ਹੈਗੇ ਆ ਵੀ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਹੁਣ ਇੱਥੇ ਜਿਹੜਾ ਹਿੰਦ ਸ਼ਬਦ ਆਉਂਦਾ, ਇਹਦਾ ਮਤਲਬ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਵੀ ਸਮੁੱਚੇ ਹਿੰਦੁਸਤਾਨ ਦੀਆਂ ਰਿਲੀਜੀਅਸ ਟਰਡੀਸ਼ਨਸ ਤੋਂ ਜਿਹੜਾ ਨਿਆਰਾ ਗੁਰੂ ਸਾਹਿਬ ਨੇ ਸਿਰਜਿਆ ਉਹਦਾ ਵੈਲਿਊ ਸਿਸਟਮ ਕੀ ਸੀ। ਹਿੰਦੁਸਤਾਨ ਦੀਆਂ ਸਮੁੱਚੀਆਂ ਰਿਲੀਜੀਅਸ ਟਰਡੀਸ਼ਨਸ ਦਾ ਵੈਲਿਊ ਸਿਸਟਮ ਕੀ ਸੀ। ਉਹਦੀ ਬਗਾਵਤ ਵਜੋਂ ਜਾਂ ਉਹਦੇ ਰੈਵੋਲਿਊਸ਼ਨ ਵਜੋਂ ਜਿਹੜਾ ਸਿੱਖ ਧਰਮ ਹੋਂਦ ਵਿੱਚ ਆਇਆ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੇ ਨਾਲ, ਉਹਦਾ ਵੈਲਿਊ ਸਿਸਟਮ ਕੀ ਸੀ। ਅਤੇ ਉਸ ਵੈਲਿਊ ਸਿਸਟਮ ਦੇ ਜਿਹੜਾ ਸਿੱਖ ਧਰਮ ਦਾ ਵੈਲਿਊ ਸਿਸਟਮ ਆ, ਉਹਦੇ ਕਰੈਕਟਰਿਸਟਿਕਸ ਕੀ ਸੀ, ਉਹਦੀਆਂ ਮਾਨਤਾਵਾਂ, ਉਹਦੇ ਜਿਹੜੇ ਕਾਰਜ ਆ, ਜਿਹੜੀਆਂ ਰਾਇਤਾਂ ਨੇ ਉਹ ਕੀ ਸੀ, ਜਿਹੜਾ ਵਖਰਿਆਉਂਦਾ ਹੈ ਸਾਨੂੰ, ਜਿਹੜਾ ਮਤਲਬ ਕਿ ਗੁਰੂ ਨਾਨਕ ਸਾਹਿਬ ਨੇ ਹੀ ਸਾਰਾ ਕੁਛ ਵਖਰਿਆ ਦਿੱਤਾ। ਜਿੱਦਾਂ ਖਹਿਰਾ ਸਾਹਿਬ ਨੇ ਕਿਹਾ ਵੀ ਇਹ ਕਹੀ ਜਾਂਦੇ ਆ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੋਰ ਸੀ ਅਤੇ ਗੁਰੂ ਗੋਬਿੰਦ ਸਿੰਘ ਦੀ ਜਾਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਹੋਰ ਸੀ। ਸੋ ਉਸ ਧੁੰਦ ਨੂੰ ਆਪਾਂ ਥੋੜ੍ਹਾ ਸਪਸ਼ਟ ਕਰਨ ਦੀ ਜਿਹੜੀ ਹੈਗੀ ਆ ਗੱਲ ਕਰਦੇ ਹਾਂ ਨਾ। ਜਿਹੜੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਮੁੱਚੀ ਭਾਰਤੀ ਜਿਹੜੀ ਟਰਡੀਸ਼ਨ ਆ, ਰਿਲੀਜੀਅਸ ਟਰਡੀਸ਼ਨ, ਉਹਦੇ ਵਿੱਚ ਜਿੰਨੇ ਵੀ ਧਰਮ ਨੇ, ਚਾਹੇ ਉਹ ਸਨਾਤਨ ਹੈ, ਚਾਹੇ ਬੋਧੀ ਆ, ਚਾਹੇ ਜੈਨੀ ਆ, ਜਾਂ ਫਿਰ ਸਨਾਤਨ ਧਰਮ ਦੇ ਹੀ ਅੱਗੇ ਜਿਹੜੇ ਜੋਗੀ ਨੇ, ਨਾਥ ਨੇ, ਸੰਨਿਆਸੀ ਨੇ ਜਾਂ ਨਿਰਮਲੇ ਨੇ, ਉਹ ਸਾਰੀਆਂ ਜਿਹੜੀਆਂ ਟਰਡੀਸ਼ਨਸ ਨੇ ਉਹ ਪਰਲੋਕਵਾਦੀ ਨੇ। ਉਹਨਾਂ ਦਾ ਜਿਹੜਾ ਕੇਂਦਰੀ ਨੁਕਤਾ ਹੈ ਪਰਲੋਕਵਾਦੀ ਹੈ। ਮੀਨਸ ਵੀ ਬੰਦੇ ਨੇ ਆਪਣੀ ਨਿੱਜੀ ਮੁਕਤੀ ਕਰਨੀ ਹੈ, ਉਹਦੇ 'ਚੋਂ ਰੱਬ ਦਾ ਨਾਂ ਲੈਣਾ ਹੈ, ਭਗਤੀ ਕਰਨੀ ਹੈ, ਤਪੱਸਿਆ ਕਰਨੀ ਹੈ, ਜੰਗਲਾਂ ਵਿੱਚ ਜਾਣਾ ਹੈ। ਮਤਲਬ ਕਿ ਇਹ ਹੈ ਪਿਓਰਿਟੀ ਦੀਆਂ ਨਿਸ਼ਾਨੀਆਂ, ਪਰ ਉਹਦੇ 'ਚੋਂ ਹੈਗਾ ਵੀ ਉਹਨੇ ਸਿਰਫ ਆਪਣੀ ਮੁਕਤੀ ਕਰਨੀ ਹੈ। ਪੂਰੀ ਤਰ੍ਹਾਂ ਨਿੱਜ ਨੂੰ ਕੌਨਸਨਟਰੇਟ ਕਰਦਾ ਉਹ। ਜਿਹੜੇ ਹਿੰਦੂ ਧਰਮ ਦੀਆਂ ਜਾਂ ਹੋਰ ਹਿੰਦੁਸਤਾਨੀ ਰਵਾਇਤ ਦੀ ਧਰਮਾਂ ਦੀਆਂ ਜਿਹੜੀਆਂ ਮਾਨਤਾਵਾਂ ਨੇ ਉਹ ਨਿੱਜ ਤੱਕ ਸੀਮਿਤ ਨੇ, ਵੀ ਮੈਂ ਆਪ ਮੁਕਤ ਹੋਣਾ, ਬਸ ਮੇਰੀ ਕੋਈ ਸੋਸ਼ਲ ਰਿਸਪੋਂਸੀਬਿਲਟੀ ਨਹੀਂ। ਵੀ ਉਹਦੇ 'ਚੋਂ ਫਿਰ ਉਹ ਤਪ ਕਰਦੇ ਨੇ ਜਾਂ ਜੰਗਲਾਂ 'ਚ ਜਾਂਦੇ ਨੇ ਜਾਂ ਹੋਰ ਜੋ ਵੀ ਜਿਹੜੀਆਂ ਪਰੰਪਰਾਵਾਂ ਨੇ, ਹੈ ਨਾ, ਯੋਗ ਸਾਧਨਾ ਕਰਦੇ ਆ, ਜਪ ਤਪ ਕਰਦੇ ਆ, ਹੈ ਨਾ। ਉਹਦਾ ਹੈਗਾ ਵੀ ਆਪਣੀ ਆਤਮਾ ਨੂੰ ਸ਼ੁੱਧ ਕਰਨਾ ਤਾਂ ਕਿ ਉਹਦਾ ਪਰਮਾਤਮਾ ਨਾਲ ਮੇਲ ਹੋ ਸਕੇ। ਸੋ ਸਿਰਫ ਆਪਣੀ ਆਤਮਾ ਜਿਹੜੀ ਜਸਟ ਨਿੱਜੀ ਆ ਜਿਹੜੀ ਮੇਰੀ। ਸੋ ਇਹ ਹਿੰਦੂ ਧਰਮ ਦੀਆਂ ਜਾਂ ਭਾਰਤ ਦੇ ਸਮੁੱਚੇ ਰਿਲੀਜੀਅਸ ਟਰਡੀਸ਼ਨ ਦੀ ਇਹ ਕੌਨਸਨਟਰੇਸ਼ਨ ਹੈਗੀ ਆ ਵੀ ਉਹਦੇ ਵਿੱਚੋਂ ਬੰਦਾ ਸਿਰਫ ਆਪਣੀ ਮੁਕਤੀ ਲਈ ਕਾਰਜ ਕਰਦਾ। ਉਹ ਆਪ ਮੁਕਤ ਹੁੰਦਾ, ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਵਾਂ, ਮੈਂ ਪਰਮਾਤਮਾ ਨੂੰ ਪਾ ਲਵਾਂ, ਹੈ ਨਾ। ਪਰ ਜਿਹੜਾ ਸਿੱਖਾਂ ਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਕਨਸੈਪਟ ਲੈ ਕੇ ਆਂਦਾ, ਉਹਦੇ ਵਿੱਚ ਸੋਸ਼ਲ ਰਿਸਪੋਂਸੀਬਿਲਟੀ ਮੇਨ ਆਈ ਹੈਗੀ ਆ। ਬੰਦੇ ਨੇ ਜਿਹੜੀ ਧਾਰਮਿਕ ਕਿਰਿਆ ਕਰਨੀ ਹੈ ਉਹਦੇ ਵਿੱਚ ਸੋਸ਼ਲ ਰਿਸਪੋਂਸੀਬਿਲਟੀ ਆ ਜਿਹੜੀ, ਇਹ ਸਾਡਾ ਇੱਕ ਡਿਟੈਚਮੈਂਟ ਸੀ ਇੰਡੀਆ ਦੀ ਰਿਲੀਜੀਅਸ ਟਰਡੀਸ਼ਨ ਨਾਲੋਂ। ਇੰਡੀਆ ਦੀ ਰਿਲੀਜੀਅਸ ਟਰਡੀਸ਼ਨ ਵਿੱਚ ਸੋਸ਼ਲ ਰਿਸਪੋਂਸੀਬਿਲਟੀ ਦਾ ਕੋਈ ਕਨਸੈਪਟ ਹੀ ਹੈ ਨਹੀਂ ਸੀ। ਬੰਦੇ ਨੇ ਸਿਰਫ ਆਪ ਮੁਕਤ ਹੋਣਾ। ਸਮਾਜ ਜਿੱਥੇ ਮਰਜੀ ਜਾਵੇ, ਮਰੇ, ਖਪੇ, ਕਿਸੇ ਦਾ ਮਤਲਬ ਕਿ ਤਬਾਹ ਹੋਵੇ, ਡਜ਼ਨਟ ਮੈਟਰ।
ਇਹ ਗੁਰੂ ਨਾਨਕ ਸਾਹਿਬ ਨੇ ਕਨਸੈਪਟ ਲੈ ਕੇ ਆਂਦਾ, ਇਹੀ ਸਾਡਾ ਵਖਰੇਵਾਂ ਸੀ। ਸੋ ਇਸ ਸਿਧਾਂਤ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਲੈ ਕੇ ਆਂਦਾ ਤੇ ਉਹਦੇ ਚੋਂ ਫਿਰ ਜਿਹੜਾ ਵੈਲਿਊ ਸਿਸਟਮ ਆਇਆ, ਉਹ ਵੈਲਿਊ ਸਿਸਟਮ ਸਿੱਖਾਂ ਦਾ ਵੈਲਿਊ ਸਿਸਟਮ ਸਮੁੱਚੇ ਭਾਰਤ ਦੀਆਂ ਰਿਲੀਜੀਅਸ ਟ੍ਰੈਡੀਸ਼ਨਸ ਦੇ ਵੈਲਿਊ ਸਿਸਟਮ ਨਾਲੋਂ ਬਿਲਕੁਲ ਵੱਖਰਾ ਸੀ। ਤੇ ਇਸ ਵੈਲਿਊ ਸਿਸਟਮ ਨਾਲ ਹੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਆਂਦਾ, ਇਹਦੇ ਨਾਲ ਹੀ ਵਿਅਕਤੀ ਦੀਆਂ ਰੂਹਾਨੀ ਜੀਵਨ ਦੀਆਂ ਜਿਹੜਾ ਮਨੋਰਥ ਹੈ ਉਹ ਤੈਅ ਹੋ ਜਾਂਦਾ। ਸੋ ਆਪਾਂ ਦੇਖ ਕੇ ਆਏ ਹਾਂ ਵੀ ਜਿਹੜਾ ਭਾਰਤੀ ਧਾਰਮਿਕ ਟ੍ਰੈਡੀਸ਼ਨ ਹੈ ਉਹਦੇ ਵਿੱਚ ਆਪਣੀ ਮੁਕਤੀ ਆ, ਸਿਰਫ ਉਹਦਾ ਮਨੋਰਥ ਉਹਦੀ ਰੂਹਾਨੀਅਤ ਦਾ ਮਨੋਰਥ ਸਿਰਫ ਨਿੱਜੀ ਮੁਕਤੀ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਨਸੈਪਟ ਲੈ ਕੇ ਆਂਦਾ ਉਹਦੇ ਵਿੱਚ ਨਿੱਜੀ ਮੁਕਤੀ ਨਾਲੋਂ ਕੋਈ ਵੱਡਾ ਕਨਸੈਪਟ ਸੀ, ਜਿਹੜਾ ਕਿ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਨਾਲੋਂ ਬਿਲਕੁਲ ਵੱਖਰਾ ਸੀ। ਇਸ ਸਮੁੱਚੇ ਸੰਦਰਭ ਨੂੰ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਹੈਗੀ ਆ, ਦ ਸਿੱਖ ਆਈਡੀਓਲੋਜੀ। ਸੋ ਉਹਨਾਂ ਨੇ ਬਹੁਤ ਬਰੀਕੀ ਨਾਲ ਇਹਦਾ ਜਿਹੜਾ ਅਧਿਐਨ ਕਰਿਆ ਹੈ। ਸੋ ਉਹਨਾਂ ਨੇ ਬਹੁਤ ਕੁਝ ਲਿਖਿਆ। ਉਹਨਾਂ ਨੇ ਜਿਹੜੇ 2-3 ਉਹਨਾਂ ਦੇ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਆਪਾਂ ਸਮਝ ਕੇ ਫਿਰ ਸਿੱਖ ਰਿਲੀਜੀਅਸ ਟ੍ਰੈਡੀਸ਼ਨ ਨੂੰ ਸਮਝਣ ਦਾ ਯਤਨ ਕਰ ਸਕਦੇ ਹਾਂ। ਡਾਕਟਰ ਦਲਜੀਤ ਸਿੰਘ ਨੇ ਲਿਖਿਆ, ਕਹਿੰਦਾ ਜੇ ਸੰਸਾਰ ਦੁੱਖਾਂ ਦਾ ਘਰ ਹੈ ਤਾਂ ਫਿਰ ਇਸ ਤੋਂ ਵੈਰਾਗ ਅਤੇ ਤਿਆਗ ਦਾ ਭਾਵ ਪੈਦਾ ਹੁੰਦਾ ਹੈ। ਹਿੰਦੂ ਰਿਲੀਜੀਅਸ ਟ੍ਰੈਡੀਸ਼ਨ ਤੇ ਸਮੁੱਚੀ ਭਾਰਤੀ ਟ੍ਰੈਡੀਸ਼ਨ ਵਿੱਚ ਇਹ ਆਉਂਦਾ ਵੀ ਜਿਹੜਾ ਸੰਸਾਰ ਹੈ ਉਹ ਦੁੱਖਾਂ ਦਾ ਘਰ ਹੈ। ਇਸੇ ਕਰਕੇ ਉਹ ਤੋਂ ਵੈਰਾਗ ਲੈਂਦੇ ਆ, ਜੰਗਲਾਂ ਵਿੱਚ ਜਾਂਦੇ ਆ, ਜਪ ਤਪ ਕਰਦੇ ਆ, ਸੰਸਾਰਕ ਕਿਰਿਆਕਰਮ ਤੋਂ ਉਹ ਮੁਕਤੀ ਹਾਸਲ ਕਰ ਲੈਂਦੇ ਆ, ਸਮਾਜ ਤੋਂ ਉਹ ਟੁੱਟ ਜਾਂਦੇ ਆ। ਸੋ ਇਹ ਹਿੰਦੂ ਧਰਮ ਦਾ ਤੇ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਦਾ ਇਹ ਪਹਿਲਾ ਤੱਤ ਸੀ। ਦੂਸਰਾ ਕਹਿੰਦਾ ਵੀ ਜੇ ਸੰਸਾਰ ਮਾਇਆ ਮਿਥਿਆ ਹੈ ਤੇ ਝੂਠਾ ਹੈ ਤਾਂ ਸੰਨਿਆਸ ਅਤੇ ਤਿਆਗ ਦਾ ਰਾਹ ਨਿਕਲਦਾ ਹੈ। ਦੂਸਰਾ ਇਸ ਕਿ ਵੀ ਸੰਸਾਰ ਹੈ ਜਿਹੜਾ ਝੂਠਾ ਹੈ, ਮਿਥਿਆ ਹੈ, ਮਾਇਆ ਹੈ, ਵੀ ਇਹ ਤੋਂ ਆਪਾਂ ਤਿਆਗ ਕਰਨਾ, ਇਹ ਤੋਂ ਮੁਕਤੀ ਹਾਸਲ ਕਰਨੀ ਆ। ਸੋ ਇਹ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਦੇ ਇਹ 2 ਤੱਤ ਸੀ। ਉਹ ਤੋਂ ਬਾਅਦ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਸ ਸਮੁੱਚੀ ਰਵਾਇਤ ਤੋਂ ਜਿਹੜਾ ਇੱਕ ਹਟਵਾਂ ਜਿਹੜਾ ਧਰਮ ਲੈ ਕੇ ਆਂਦਾ, ਉਹਦੇ ਵਿੱਚ ਹੈ ਵੀ ਜੇ ਸੰਸਾਰ ਅਧਿਆਤਮਕ ਘਾਲਣਾ ਲਈ ਅਰਥ ਭਰਪੂਰ ਖੇਤਰ ਹੈ, ਜੇ ਇਹ ਸਾਡੀ ਧਰਤੀ ਅਧਿਆਤਮਕ ਘਾਲਣਾ ਲਈ ਅਰਥ ਭਰਪੂਰ ਖੇਤਰ ਹੈ ਤਾਂ ਇਸ ਧਰਤੀ ਤੇ ਰੱਬ ਦੇ ਹੁਕਮ ਨੂੰ ਲਾਗੂ ਕਰਨਾ ਹੀ ਰੂਹਾਨੀਅਤ ਹੈ। ਵਾਹ, ਠੀਕ ਹੈ ਨਾ। ਵੀ ਸਾਡੇ ਲਈ ਰੂਹਾਨੀਅਤ ਉਹ ਨਹੀਂ ਵੀ ਜੰਗਲ 'ਚ ਜਾਣਾ ਜਾਂ ਤਪ ਕਰਨਾ, ਵਰਤ ਰੱਖਣੇ। ਠੀਕ ਹੈ, ਵਰਤ ਰੱਖਣ ਵਾਲਾ, ਤਪ ਕਰਨ ਵਾਲਾ ਬੰਦਾ ਬਹੁਤ ਸੱਚਾ ਸੁੱਚਾ ਹੋ ਸਕਦਾ, ਉਹਦੀ ਰੂਹਾਨੀ ਸ਼ਕਤੀ ਆ, ਉਹਦਾ ਰੂਹਾਨੀਅਤ ਦਾ ਰੁਤਬਾ ਬਹੁਤ ਉੱਚਾ ਹੋ ਸਕਦਾ। ਪਰ ਜੇ ਉਹ ਰੱਬ ਦੀ ਜਿਹੜੇ ਹੁਕਮ ਨੇ ਉਹਨਾਂ ਨੂੰ ਇਸ ਧਰਤੀ 'ਤੇ ਲਾਗੂ ਕਰਨ ਦੀ ਸਮਾਜਿਕ ਜ਼ਿੰਮੇਵਾਰੀ ਨਹੀਂ ਓਟਦਾ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਉਹ ਕਨਸੈਪਟ ਮੀਨਿੰਗਲੈਸ ਨੇ। ਸੋ ਗੁਰੂ ਨਾਨਕ ਸਾਹਿਬ ਨੇ ਜਿਹੜਾ ਜੀਵਨ ਦਾ ਮਨੋਰਥ ਤੈਅ ਕਰਿਆ ਉਹ ਇਹ ਸੀ ਵੀ ਰੱਬ ਦੇ ਹੁਕਮ ਨੂੰ ਲਾਗੂ ਕਰਨਾ ਔਰ ਉਚੇਰਾ ਧਾਰਮਿਕ ਤੇ ਰੂਹਾਨੀ ਕਰਮ ਹੈ ਜਿਹੜਾ ਉਹ ਇਸ ਨੂੰ ਬਣਾਇਆ ਵੀ ਸਿੱਖ ਦੇ ਜੀਵਨ ਦਾ ਰੂਹਾਨੀ ਕਰਮ ਹੀ ਇਹ ਹੈ ਵੀ ਉਹਨਾਂ ਨੇ ਰੱਬ ਦੇ ਹੁਕਮ ਨੂੰ ਇਸ ਧਰਤੀ 'ਤੇ ਲਾਗੂ ਕਰਨਾ। ਸੋ ਇਹ ਅਧਿਆਤਮਿਕ ਜੀਵਨ, ਇਹ ਵੈਲਿਊ ਸਿਸਟਮ ਫਿਰ ਜਦੋਂ ਨਿਸ਼ਾਨੇ ਸਪਸ਼ਟ ਹੋ ਗਏ, ਜਦੋਂ ਨਿਸ਼ਾਨਾ ਬਿਲਕੁਲ ਵੱਖਰਾ ਹੋ ਗਿਆ, ਸਮੁੱਚੀ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਨਾਲੋਂ ਗੁਰੂ ਨਾਨਕ ਸਾਹਿਬ ਦਾ ਨਿਸ਼ਾਨਾ ਬਿਲਕੁਲ ਵੱਖਰਾ ਹੋ ਗਿਆ, ਤਾਂ ਉਹਦੇ ਵੈਲਿਊ ਸਿਸਟਮ, ਉਹਦੇ ਮਨੋਰਥ, ਉਹਦੇ ਕਰੈਕਟਰਿਸਟਿਕਸ, ਜਿਹੜਾ ਬੰਦਾ ਸਿਰਜਿਆ ਗਿਆ ਉਹਦੇ ਕਰੈਕਟਰਿਸਟਿਕਸ ਬਿਲਕੁਲ ਹੀ ਸਮੁੱਚੀ ਇੰਡੀਅਨ ਟ੍ਰੈਡੀਸ਼ਨ ਨਾਲੋਂ, ਰਿਲੀਜੀਅਸ ਟ੍ਰੈਡੀਸ਼ਨ ਨਾਲੋਂ ਵੱਖਰੇ ਸੀ। ਸੋ ਕਿਉਂਕਿ ਰਸਤਾ ਵੱਖਰਾ ਹੋ ਗਿਆ ਤੇ ਉਹ ਹੋ ਗਿਆ ਨਾ। ਸੋ ਇਸ ਲਈ ਜਿਹੜੀ ਅਧਿਆਤਮਕ ਘਾਲਣਾ ਹੈ, ਗੁਰੂ ਸਾਹਿਬ ਨੇ ਕਿਹਾ ਵੀ ਅਧਿਆਤਮਕ ਘਾਲਣਾ ਲਈ ਸੰਸਾਰ ਅਰਥਪੂਰ ਖੇਤਰ ਹੈ, ਮੀਨਿੰਗਫੁਲ ਆਸਪੈਕਟ ਹੈ। ਸੋ ਅਸੀਂ ਇਸ ਸੰਸਾਰ ਤੋਂ ਭੱਜਣਾ ਨਹੀਂ ਹੈ, ਅਸੀਂ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਜਿਹੜੀ ਰੂਹਾਨੀਅਤ ਦੇ ਝੰਡੇ ਬੁਲੰਦ ਕਰਨੇ ਆ, ਉਹ ਰੱਬ ਦਾ ਜਿਹੜਾ ਰੱਬੀ ਹੁਕਮ ਹੈ ਉਹ ਅਸੀਂ ਆ ਜਿਹੜਾ ਉਹ ਇੱਥੇ ਲੈ ਕੇ ਆਉਣਾ ਹੈ ਨਾ। ਇਸ ਸੰਦਰਭ ਵਿੱਚ ਹੁਣ ਜਿਹੜੀ ਹਿੰਦੂ ਟ੍ਰੈਡੀਸ਼ਨ ਆ ਜਾਂ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਆ, ਉਹਦਾ ਜਿਹੜਾ ਜਪ ਤਪ ਕਰਿਆ ਹੋਇਆ, ਕਿੰਨੇ ਵਰਤ ਰੱਖੇ ਹੋਏ ਆ, ਕਿੰਨੀਆਂ ਘਾਲਣਾਵਾਂ ਘਾਲੀਆਂ, ਕਿੰਨਾ ਭੁੱਖਾ ਰਿਹਾ, ਕਿੰਨਾ ਤਪ ਕਰਿਆ, ਉਹਦੇ ਕੋਈ ਅਰਥ ਨਹੀਂ ਰਹਿ ਜਾਂਦੇ ਜਦੋਂ ਤੱਕ ਉਹ ਰੱਬ ਦੇ ਹੁਕਮ ਨੂੰ ਇਸ ਧਰਤੀ 'ਤੇ ਲਾਗੂ ਕਰਨ ਦੀ ਆਪਣੀ ਸਮਾਜਿਕ ਜ਼ਿੰਮੇਵਾਰੀ ਹੈ। ਸੋ ਸਿੱਖ ਧਰਮ ਨੇ ਸਾਡੀ ਸੋਸ਼ਲ ਰਿਸਪੌਂਸੀਬਿਲਟੀ ਤੈਅ ਕਰੀ ਆ। ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਪੈਰਾਡਾਈਮ ਸ਼ਿਫਟ ਸੀ, ਸਮੁੱਚੀ ਹਿੰਦੂ ਰਿਲੀਜੀਅਸ ਟ੍ਰੈਡੀਸ਼ਨ ਨਾਲੋਂ, ਸਮੁੱਚੀ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਨਾਲੋਂ ਜਿਹੜੀ ਇੱਕ ਬਗਾਵਤ ਸੀ, ਇੱਕ ਰੈਵੋਲਿਊਸ਼ਨ ਸੀ, ਇੱਕ ਪੈਰਾਡਾਈਮ ਸ਼ਿਫਟ ਸੀ,
ਉਹ ਇਹ ਸੀ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਵਾਂ ਧਰਮ ਸਿਰਜਿਆ ਉਹਦੇ ਵਿੱਚ ਸੋਸ਼ਲ ਰਿਸਪੌਂਸੀਬਿਲਟੀ ਆ ਅਤੇ ਸੋਸ਼ਲ ਐਕਸਰਸਾਈਜ਼ ਆ ਉਹ ਕੇਂਦਰੀ ਧੁਰਾ ਜਿਹੜੀ ਉਹ ਬਣਾ ਦਿੱਤੀ ਗਈ ਹੈ। ਵਿਅਕਤੀ ਦਾ ਸਪਿਰਚੁਅਲ ਸਟੇਟਸ ਉਸ ਦੁਆਰਾ ਸੰਸਾਰ ਵਿੱਚ ਕੀਤੇ ਗਏ ਅਰਥਪੂਰ ਕਾਰਜਾਂ ਨਾਲ ਤੈਅ ਹੁੰਦਾ ਹੈ, ਨਾ ਕਿ ਜੰਗਲ ਵਿੱਚ ਜਾ ਕੇ ਜਾਂ ਤਪੱਸਿਆ ਕਰਨ ਨਾਲ। ਸੋ ਜਿਹੜਾ ਵਿਅਕਤੀ ਸੰਸਾਰ ਵਿੱਚ ਰਹਿ ਕੇ ਆਪਣਾ ਸਪਿਰਚੁਅਲ ਸਟੇਟਸ ਬਣਾਉਣਾ ਚਾਹੁੰਦਾ ਹੈ ਉਹਨੂੰ ਫਿਰ ਜਿਹੜੀ ਦੁਨੀਆ ਦੇ ਵਿੱਚ ਜੋ ਕੁਛ ਸਾਰਾ ਕੁਛ ਗਲਤ ਹੋ ਰਿਹਾ ਹੈ ਉਹਦੇ ਖਿਲਾਫ ਹੈ ਜਿਹੜਾ ਲੜਨਾ ਹੈ। ਰੱਬ ਦੇ ਹੁਕਮ ਨੂੰ ਦੁਨਿਆਵੀ ਜੀਵਨ ਵਿੱਚ ਸਾਕਾਰ ਕਰਨਾ ਔਰ ਸ਼ੁਭ ਕਰਮਾਂ ਦੇ ਜ਼ਰੀਏ ਕਰਨਾ, ਸੰਸਾਰ ਵਿੱਚ ਰਹਿੰਦਿਆਂ ਰੱਬ ਦੇ ਹੁਕਮ ਨੂੰ ਲਾਗੂ ਕਰਨਾ ਔਰ ਸ਼ੁਭ ਕਰਮਾਂ ਦੇ ਜ਼ਰੀਏ ਕਰਨਾ, ਆਪਣੀ ਕਰੈਕਟਰ ਬਿਲਡਿੰਗ ਨੂੰ ਜਿਹੜਾ ਮੇਨਟੇਨੈਂਸ ਰੱਖਣਾ। ਇਹ ਜਿਹੜੀ ਤਬਦੀਲੀ ਸੀ ਇਹ ਸਮੁੱਚੀ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਨਾਲੋਂ ਵੱਖਰੀ ਸੀ ਵੀ ਉਹਦੇ ਵਿੱਚ ਸੈਲਫ ਕੁਛ ਨਹੀਂ ਹੈ, ਸੈਲਫਲੈਸ ਸਰਵਿਸ ਹੈ। ਔਰ ਸਾਰੀ ਸੰਸਾਰ ਦੀ ਜਿਹੜੀ ਹੈਗੀ ਆ ਵੀ ਸਮੁੱਚੇ ਸੰਸਾਰ ਦੇ ਦੁੱਖਾਂ ਨੂੰ ਜਿਹੜਾ ਉਹ ਆਪਾਂ ਕਹਿੰਦੇ ਵੀ ਉਹ ਇੱਕ ਕ੍ਰੀਏਟ ਕਰਨਾ, ਉਹਦਾ ਦੁੱਖਾਂ ਨੂੰ ਖਤਮ ਕਰਨਾ ਹੈਗਾ। ਸੋ ਉਹਦੇ ਵਿੱਚ ਹੀ ਫਿਰ ਜਿਹੜਾ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਸੀ ਉਹਦੇ ਵਿੱਚ ਜਪ ਤਪ ਸਾਧਨਾ ਅਤੇ ਨੌਨ ਵਾਇਲੈਂਸ ਅਹਿੰਸਾ ਉਹ ਸੀ। ਪਰ ਗੁਰੂ ਨਾਨਕ ਸਾਹਿਬ ਦੇ ਕਨਸੈਪਟ ਵਿੱਚ ਅਹਿੰਸਾ ਨਹੀਂ ਸੀ, ਉਹਦੇ ਵਿੱਚ ਹਥਿਆਰ ਸ਼ਾਮਲ ਸੀ, ਉਹਦੇ ਵਿੱਚ ਵਾਇਲੈਂਸ ਸ਼ਾਮਲ ਸੀ। ਵਾਇਲੈਂਸ ਕਾਹਦੇ ਲਈ? ਜਦੋਂ ਵਾਹਿਗੁਰੂ ਨਿਓਟਿਆਂ ਦੀ ਓਟ ਬਣ ਜਾਂਦਾ, ਜਦੋਂ ਵਾਹਿਗੁਰੂ ਨਿਆਸਰਿਆਂ ਦਾ ਆਸਰਾ ਬਣ ਜਾਂਦਾ, ਜਦੋਂ ਵਾਹਿਗੁਰੂ ਨਿਗੱਤਿਆਂ ਦੀ ਨਿਗੱਤ ਅਤੇ ਨਿਪੱਤਿਆਂ ਦੀ ਪੱਤ ਬਣ ਜਾਂਦਾ, ਉਹਨਾਂ ਮਨੋਰਥਾਂ ਨੂੰ ਲਾਗੂ ਕਰਨ ਲਈ ਵਾਇਲੈਂਸ ਬਹੁਤ ਜ਼ਰੂਰੀ ਆ। ਸੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਅੰਦਰ ਵੀ ਉਹਨਾਂ ਨੂੰ ਹਥਿਆਰਾਂ ਨਾਲੋਂ, ਜਿੱਦਾਂ ਖਹਿਰਾ ਸਾਹਿਬ ਨੇ ਵੀ ਕਿਹਾ ਵੀ ਗੁਰੂ ਨਾਨਕ ਸਾਹਿਬ ਦਾ ਤਾਂ ਹਥਿਆਰਾਂ ਨਾਲ ਕੋਈ ਸੰਬੰਧ ਹੀ ਨਹੀਂ ਸੀ। ਸੋ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਵਿੱਚ ਨੌਨ ਵਾਇਲੈਂਸ ਸੀ ਵੀ ਬਿਲਕੁਲ ਜੰਗਲਾਂ ਵਿੱਚ ਚਲੇ ਜਾਣਾ, ਜਪ ਤਪ ਕਰਨਾ, ਕੋਈ ਵਾਇਲੈਂਸ ਨਹੀਂ। ਪਰ ਜਦੋਂ ਤੁਸੀਂ ਰੱਬੀ ਹੁਕਮ ਨੂੰ ਜਿਹੜਾ ਇੱਥੇ ਗਲਤ ਕੰਮ ਹੋ ਰਹੇ ਆ ਉਹਨਾਂ ਦੇ ਖਿਲਾਫ ਜਦੋਂ ਜੰਗ ਲੜਨੀ ਆ, ਰੂਹਾਨੀਅਤ ਦੇ ਸੰਕਲਪ ਨਾਲ ਰਹਿੰਦਿਆਂ ਹੋਇਆਂ ਵੀ ਇਹ ਡਿਟੈਚਮੈਂਟ ਆ ਸਮੁੱਚੇ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਨਾਲੋਂ ਗੁਰੂ ਨਾਨਕ ਸਾਹਿਬ ਦੀ। ਜਿਹੜੇ ਧਰਮ ਪ੍ਰਲੋਕਵਾਦੀ ਹਨ ਉਹਨਾਂ ਨਾਲੋਂ ਸਿੱਖ ਧਰਮ ਦਾ ਇਹ ਐਥੀਕਲ ਵੈਲਿਊ ਸਿਸਟਮ ਆ ਜਿਹੜਾ ਬਿਲਕੁਲ ਵੱਖਰਾ ਹੈ। ਸੋ ਇੱਥੇ ਆ ਕੇ ਜਿਹੜਾ ਵਖਰੇਵਾਂ ਹੈ ਬਿਲਕੁਲ ਸਪਸ਼ਟ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਵਖਰੇਵਾਂ ਸਪਸ਼ਟ ਕਰ ਦਿੱਤਾ। ਜਦੋਂ ਨਿਸ਼ਾਨੇ ਵੱਖਰੇ ਹੋ ਗਏ, ਉਹਨਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਜਿਹੜਾ ਐਥੀਕਲ ਵੈਲਿਊ ਸਿਸਟਮ ਹੈ ਉਹ ਬਿਲਕੁਲ ਹੀ ਵੱਖਰਾ ਹੋ ਗਿਆ। ਪਹਿਲੇ ਦਿਨ ਤੋਂ ਹੀ ਜਿਹੜਾ ਡਿਟੈਚ ਹੈ ਉਹਦੇ 'ਚੋਂ ਫਿਰ ਜਦੋਂ ਗੁਰੂ ਸਾਹਿਬ ਕਹਿੰਦੇ ਆ ਵੀ ਨਾ ਹਮ ਹਿੰਦੂ ਨਾ ਮੁਸਲਮਾਨ ਅਲਹੈ ਰਾਮ ਕੇ ਪਿੰਡ ਪ੍ਰਾਣ, ਜਿਹੜਾ ਜਗਤ ਗੁਰੂ ਹੈ, ਜਗਤ ਗੁਰੂ ਲਈ ਫਿਰ ਇਹ ਧਰਮਾਂ ਦੀਆਂ ਵਲਗਣਾ ਕੋਈ ਅਰਥ ਹੀ ਨਹੀਂ ਰੱਖਦੀਆਂ। ਸੋ ਜਿਹੜਾ ਜਗਤ ਗੁਰੂ ਆ ਉਹ ਜਗਤ ਗੁਰੂ ਹੀ ਇਸੇ ਕਰਕੇ ਹੈ ਕਿਉਂਕਿ ਉਹਦੇ ਲਈ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਜਿਹੜਾ ਤੀਜਾ ਰਾਹ ਹੈ ਇਹ ਮਨੁੱਖਤਾ ਦੇ ਭਲੇ ਲਈ ਇੱਕ ਵੱਡੇ ਔਰ ਜਿਹੜੇ ਰੂਹਾਨੀ ਕਾਰਜ ਕਰਨ ਦਾ ਜਿਹੜਾ ਇਹਦੇ 'ਚੋਂ ਇਹਦੀ ਜਿਹੜੀ ਗਾਂਹ ਇੱਕ ਵਿਆਖਿਆ ਆਉਂਦੀ ਹੈ 18ਵੀਂ 19ਵੀਂ ਸਦੀ ਵਿੱਚ ਆ ਕੇ ਯਹੂਦੀਆਂ ਨੇ ਆਪਣੇ ਲਈ ਇੱਕ ਵਿਆਖਿਆ ਕੱਢੀ ਹੈਗੀ ਵੀ ਇਹ ਚੂਜ਼ਨ ਪੀਪਲ ਹੁੰਦੇ ਆ, ਇਹ ਅਕਾਲ ਪੁਰਖ ਵੱਲੋਂ ਸਾਜੇ ਹੋਏ ਲੋਕ ਹੁੰਦੇ ਆ, ਇਹ ਅਕਾਲ ਪੁਰਖ ਵੱਲੋਂ ਸਾਜੀਆਂ ਹੋਈਆਂ ਕੌਮਾਂ ਹੁੰਦੀਆਂ ਜਿਨ੍ਹਾਂ ਦਾ ਇੰਨਾ ਉੱਚਾ ਅਤੇ ਇੰਨਾ ਵੱਡਾ ਵੈਲਿਊ ਸਿਸਟਮ ਹੁੰਦਾ। ਸੋ ਉਹ ਚੂਜ਼ਨ ਪੀਪਲ ਆ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ। ਸੋ ਜਿਹੜੀਆਂ ਕੌਮਾਂ ਅਤੇ ਜਿਹੜੇ ਰਹਿਬਰ ਪ੍ਰਗਟ ਹੁੰਦੇ ਆ ਜਿਨ੍ਹਾਂ ਦਾ ਜਨਮ ਮਰਨ ਨਹੀਂ ਹੁੰਦਾ, ਉਹ ਕੌਮਾਂ ਅਕਾਲ ਪੁਰਖ ਵੱਲੋਂ ਆਪ ਸਾਜੀਆਂ ਗਈਆਂ ਕੌਮਾਂ ਹੁੰਦੀਆਂ ਔਰ ਉਹਨਾਂ ਦੇ ਜ਼ਿੰਮੇ 'ਤੇ ਬਹੁਤ ਵੱਡੀਆਂ ਰੂਹਾਨੀ ਜ਼ਿੰਮੇਵਾਰੀਆਂ ਹੁੰਦੀਆਂ। ਜਿਹੜਾ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਸੀ ਉਹਦੇ ਬਾਰੇ ਡਾਕਟਰ ਦਲਜੀਤ ਸਿੰਘ ਕਹਿੰਦੇ ਈਚ ਇੰਡੀਵਿਜੂਅਲ ਹੈਜ਼ ਟੂ ਸਿਕਿਉਰ ਹਿਸ ਓਨ ਰਿਲੀਜ਼ ਫਰੋਮ ਦੀ ਬੌਂਡੇਜ ਐਂਡ ਮਿਜ਼ਰੀ ਆਫ ਦੀ ਵਰਲਡ, ਵੀ ਉਹਨੇ ਸਿਰਫ ਆਪਣੀ ਜਿਹੜੀ ਉਹਦੇ ਆਪਣੇ ਦੁਆਲੇ ਮਾਇਆ ਨੇ ਜਿਹੜਾ ਜੰਜਾਲ ਫੈਲਾ ਰੱਖਿਆ ਉਹਨੇ ਸਿਰਫ ਉਹਦੇ ਤੋਂ ਮੁਕਤ ਹੋਣਾ ਹੈ ਨਾ। ਉਹਦੇ ਵਿੱਚ ਸੱਚਾਈ ਅਤੇ ਪਿਓਰਿਟੀ ਦੀ ਜੇ ਸਮਾਜਿਕ ਪ੍ਰਸੰਗਿਕਤਾ ਨਹੀਂ ਰਹਿੰਦੀ, ਜੇ ਉਹ ਸੱਚਾਈ ਬੇਸ਼ੱਕ ਉਹਨਾਂ ਨੇ ਉਹ ਧਰਮ ਕਰਮ ਕਰਦਿਆਂ ਬਹੁਤ ਪਿਓਰ ਜੀਵਨ ਉਸਾਰ ਲਿਆ ਹੁੰਦਾ, ਪਰ ਜੇ ਉਹ ਸਮਾਜ ਨੂੰ ਕੋਈ ਸੇਧ ਨਹੀਂ ਦਿੰਦੇ, ਸਮਾਜ ਲਈ ਕੋਈ ਕੰਟਰੀਬਿਊਟ ਨਹੀਂ ਕਰਦੇ ਤਾਂ ਫਿਰ ਉਹ ਧਰਮ ਕਰਮ ਦੀਆਂ ਜਿਹੜੀਆਂ ਕਿਰਿਆਵਾਂ ਦਾ ਉਹ ਕੋਈ ਫਰਕ ਨਹੀਂ ਪੈਂਦਾ ਹੈ ਨਾ। ਸਿੱਖ ਧਰਮ ਵਿੱਚ ਬੰਦੇ ਦਾ ਰੂਹਾਨੀ ਰੁਤਬਾ ਹੀ ਇੱਥੋਂ ਤੈਅ ਹੁੰਦਾ ਹੈ ਕਿ ਉਸਨੇ ਸੰਸਾਰ ਅੰਦਰ ਕੀ ਕੀਤਾ ਹੈ ਨਾ। ਵੀ ਇਹ ਹੈ ਵੀ ਉਹਦੀ ਸੰਸਾਰ ਲਈ ਸਮਾਜ ਲਈ ਜਿਹੜੀ ਘਾਲਣਾ ਹੈ ਉਹ ਕੀ ਹੈ, ਉਹਦਾ ਸਪਿਰਚੁਅਲ ਸਿਸਟਮ ਕੀ ਹੈ, ਉਹਨੇ ਜਿਹੜੀਆਂ ਗੁਰੂ ਸਾਹਿਬ ਦੀਆਂ ਸਿੱਖ ਵੈਲਿਊ ਸਿਸਟਮ ਆ ਉਹਦੇ 'ਤੇ ਕਿੰਨਾ ਪਹਿਰਾ ਦਿੱਤਾ ਹੈ। ਸਿੱਖ ਐਥਿਕਸ ਆ ਜਿਹੜੇ ਬੇਸਿਕਲੀ ਸੋਸ਼ਲ ਹਨ, ਜਿੱਥੇ ਵਾਹਿਗੁਰੂ ਨਿਮਾਣਿਆਂ ਦਾ ਮਾਣ ਹੈ, ਜਿੱਥੇ ਵਾਹਿਗੁਰੂ ਨਿਤਾਣਿਆਂ ਦਾ ਤਾਣ ਹੈ
ਤੇ ਉਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਨੇ ਤੇ ਨਿਉਟਿਆਂ ਦੀ ਓਟ ਨੇ ਜਿਹੜੇ ਜਿਹੜੇ ਸਿੱਖ ਲਈ ਪੈਰਾਮੀਟਰਸ ਤੈਅ ਕਰੇ ਆ, ਉਹ ਨੇ ਮਨੁੱਖੀ ਬਰਾਬਰੀ, ਏਕਤਾ ਤੇ ਭਾਈਚਾਰਾ। ਸੋ ਇਹ ਮਨੁੱਖੀ ਬਰਾਬਰੀ, ਏਕਤਾ ਤੇ ਭਾਈਚਾਰਾ ਜਿਹੜਾ ਹੈਗਾ, ਇਹ ਸਮੁੱਚੀ ਇੰਡੀਅਨ ਟਰਡੀਸ਼ਨ ਵਿੱਚ ਨਹੀਂ ਮਿਲਦਾ। ਜਿਹੜੀ ਰਿਲੀਜੀਅਸ ਟਰਡੀਸ਼ਨ ਹੈ, ਚਾਹੇ ਬੋਧੀ ਆ ਚਾਹੇ ਜੈਨੀ ਆ ਨਾ, ਉਹਦੇ 'ਚੋਂ ਤਾਂ ਜਾਤ ਪਾਤੀ ਧਰਮ ਮਿਲਦਾ, ਜਾਤ ਪਾਤੀ ਟਰਡੀਸ਼ਨ ਮਿਲਦੀ ਆ, ਜਿਹੜੀ ਮਨੁੱਖ ਨੂੰ ਸਦੀਆਂ ਤੱਕ ਮਾਨਸਿਕ ਤੌਰ 'ਤੇ ਗੁਲਾਮ ਬਣਾਉਂਦੀ ਆ। ਸੋ ਮਨੁੱਖੀ ਬਰਾਬਰੀ, ਜੇ ਮਨੁੱਖੀ ਬਰਾਬਰੀ ਨਹੀਂ ਹੋਊਗੀ ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੈ ਵੀ ਉਹਨੇ ਜੰਗ ਕਰਨੀ ਹੈ। ਸੋ ਖਾਲਸੇ ਨੇ ਜੰਗ ਕਰਨੀ ਹੈ। ਸੋ ਉਸ ਮਨੁੱਖੀ ਬਰਾਬਰੀ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਲਿਆਉਣ ਲਈ, ਸੋ ਇਸੇ ਤਰ੍ਹਾਂ ਏਕਤਾ, ਸਮੁੱਚੀ ਦੁਨੀਆ ਦੀ, ਸਮੁੱਚੇ ਭਾਈਚਾਰੇ ਦੀ ਏਕਤਾ, ਤੇ ਇੱਕ ਦੂਜਾ ਹੈਗਾ ਜਿਹੜਾ ਭਾਈਚਾਰਾ ਹੈ ਨਾ। ਸੋ ਡਾਕਟਰ ਦਲਜੀਤ ਸਿੰਘ ਕਹਿੰਦੇ ਵੀ ਆਹ ਜਿਹੜੇ ਮਨੁੱਖੀ ਬਰਾਬਰੀ, ਏਕਤਾ ਤੇ ਭਾਈਚਾਰਾ, ਇਹ ਸਿੱਖ ਧਰਮ ਦੇ 3 ਮਹਾਨ ਪਿਲਰ ਨੇ। ਦੀਜ਼ ਆਰ ਐਮਫੈਟਿਕਲੀ ਸੋਸ਼ਲ ਇਨ ਦੇਅਰ ਕੰਟੈਂਟ। ਤੇ ਉਹ ਕਹਿੰਦਾ ਵੀ ਸੋਸ਼ਲ ਰਿਐਕਟੀਵਿਟੀ ਤੇ ਸੋਸ਼ਲ ਰਿਸਪੌਂਸੀਬਿਲਟੀ ਹੈ ਜਿਹੜੀ ਹੈਗੀ ਆ ਖਾਲਸਾ ਪੰਥ ਦਾ ਇੱਕ ਜਿਹੜਾ ਮੇਨ ਕਨਸੈਪਟ ਆ, ਮੇਨ ਉਹ ਹੈਗਾ ਨਾ, ਉਹਦੇ 'ਚੋਂ ਹੀ ਫਿਰ ਕੋਈ ਇਹ ਨੌਨ ਵਾਇਲੈਂਸ ਕੋਈ ਨਹੀਂ। ਹੁਣ ਜਦੋਂ ਇਹਨਾਂ ਟਰਡੀਸ਼ਨ ਦੇ ਦੁਆਰਾ ਜਿਹੜਾ ਉਸਰਿਆ ਹੋਇਆ ਧਰਮ ਸੀ, ਜਿਹਨੇ ਸਮੁੱਚੀ ਇੰਡੀਅਨ ਰਿਲੀਜੀਅਸ ਟਰਡੀਸ਼ਨ ਨਾਲੋਂ ਇੱਕ ਬ੍ਰੇਕ ਥਰੂ ਲਿਆ, ਇੱਕ ਪੈਰਾਡਾਈਮ ਸ਼ਿਫਟ ਲਈ, ਇੱਕ ਬਗਾਵਤ ਕਰੀ ਆ। ਸੋ ਉਹਨੇ ਜਿਹੜੀ ਵੱਖਰਤਾ ਦੇ, ਨਿਆਰੇਪਣ ਦੇ ਔਰ ਜਿਹੜੀ ਆਪਣੀ ਨਿਆਰੀ ਹਸਤੀ ਦੇ ਜਿਹੜੇ ਬੀਜ ਬੋਏ, ਉਹ ਅੱਜ ਵੀ ਸਿੱਖਾਂ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਸਾਡੀ ਇੰਜੀਨੀਅਰਿੰਗ ਇਸ ਤਰ੍ਹਾਂ ਦੀ ਹੋ ਚੁੱਕੀ ਆ। ਗੁਰੂ ਸਾਹਿਬ ਦੇ ਸੰਦੇਸ਼ 'ਤੇ ਚੱਲਦਿਆਂ ਅੱਜ ਦੁਨੀਆ ਵਿੱਚ ਕਿਸੇ 'ਤੇ ਵੀ ਜ਼ੁਲਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਪੀੜ ਆ ਉਹ ਸਿੱਖਾਂ ਦੇ ਦਰਦ ਦੇ ਸੀਨੇ ਵਿੱਚ ਆਉਂਦੀ ਹੈ। ਸਭ ਤੋਂ ਪਹਿਲਾਂ ਕਿਤੇ ਵੀ ਦੁਨੀਆ ਵਿੱਚ ਅਸੀਂ ਜਾਣਦੇ ਵੀ ਨਹੀਂ। ਇਸ ਵੇਲੇ ਤੁਸੀਂ ਦੇਖੋ ਵੀ ਸੰਸਾਰ ਦੇ ਇੱਕ ਹਿੱਸੇ ਵਿੱਚ ਇਸ ਵੇਲੇ ਇਹਨਾਂ ਦਿਨਾਂ ਵਿੱਚ ਜ਼ੁਲਮ ਹੋ ਰਿਹਾ। ਸਿੱਖ ਇਸ ਗੱਲੋਂ ਵੀ ਜਾਣਕਾਰ ਨੇ ਵੀ ਜਿਨ੍ਹਾਂ ਲੋਕਾਂ 'ਤੇ ਜ਼ੁਲਮ ਹੋ ਰਿਹਾ ਹੈ, ਉਹਨਾਂ ਨੇ 1984 ਵਿੱਚ ਸਾਡੇ ਜ਼ੁਲਮਾਂ ਦੀ ਹਮਾਇਤ ਕਰੀ ਸੀ, ਸਾਡੇ 'ਤੇ ਹੋਏ ਜ਼ੁਲਮਾਂ ਦੀ ਹਮਾਇਤ ਕਰੀ ਸੀ। ਉਸ ਕੌਮ 'ਤੇ ਅੱਜ ਜ਼ੁਲਮ ਹੋ ਰਿਹਾ। ਸਾਰਾ ਕੁਝ ਭੁੱਲਦੇ ਹੋਏ ਅੱਜ ਵੀ ਸਿੱਖ ਇੱਕ ਦਰਦ ਨੂੰ ਪਰਨਾਏ ਹੋਇਆ ਵੀ ਉਹਨਾਂ 'ਤੇ ਜ਼ੁਲਮ ਕਿਉਂ ਹੋ ਰਿਹਾ। ਇਹ ਗੁਰੂ ਸਾਹਿਬ ਦੀ ਸੋਸ਼ਲ ਇੰਜੀਨੀਅਰਿੰਗ ਸਾਡੇ ਅੰਦਰ ਜਿਹੜੀ ਪਈ ਆ, ਉਹਦਾ ਕਾਰਨ ਹੈ। ਜਿਹੜੀ ਅੱਜ ਇੰਡੀਆ ਵਿੱਚ ਰਾਜ ਕਰ ਰਹੀ ਤੇ ਰਾਇਆ ਜਿਹੜਾ ਇੰਡੀਅਨ ਰਿਲੀਜੀਅਸ ਟਰਡੀਸ਼ਨ ਹੈ, ਉਹ ਉਸ ਜ਼ੁਲਮ ਨੂੰ ਸੈਲੀਬ੍ਰੇਟ ਕਰ ਰਿਹਾ ਅੱਜ, ਜਿਹੜਾ ਕਿ ਕਿਸੇ ਥਾਂ 'ਤੇ ਹੋ ਰਿਹਾ। ਅੱਜ ਦੇ ਦਿਨਾਂ ਵਿੱਚ ਜਿਹੜਾ ਜ਼ੁਲਮ ਹੋ ਰਿਹਾ, ਇੰਡੀਅਨ ਰਿਲੀਜੀਅਸ ਟਰਡੀਸ਼ਨ ਉਹਨੂੰ ਸੈਲੀਬ੍ਰੇਟ ਕਰ ਰਹੀ ਹੈ। ਸਿੱਖ ਉਹਦਾ ਦਰਦ ਮਹਿਸੂਸ ਕਰ ਰਿਹਾ, ਇਹ ਜਾਣਦੇ ਹੋਏ ਵੀ ਕਿ 1984 ਵਿੱਚ ਜਿਹੜੀ ਧਿਰ ਅੱਜ ਜ਼ੁਲਮ ਸਹਿ ਰਹੀ ਹੈ, ਉਹਨੇ ਸਾਡੇ ਖਿਲਾਫ ਜ਼ੁਲਮ ਕਰ ਰਹੀ ਧਿਰ ਦਾ ਸਾਥ ਦਿੱਤਾ ਸੀ। ਸੋ ਇਹ ਵੈਲਿਊ ਸਿਸਟਮ ਜਿਹੜਾ, ਤੇ ਦੂਸਰਾ ਹੈਗਾ ਵੀ ਸਿੱਖਾਂ ਦਾ ਆਮ ਆਉਂਦਾ ਵੀ ਕਿਤੇ ਵੀ ਕੁਦਰਤੀ ਆਫਤ ਆ ਜੇ ਤਾਂ ਸਿੱਖ ਭੱਜ ਕੇ ਜਾ ਵੜਦੇ ਨੇ, ਚਾਹੇ ਉਹ ਭਾਰਤ ਵਿੱਚ ਹੋਵੇ ਜਾਂ ਭਾਰਤ ਤੋਂ ਬਾਹਰ ਹੋਵੇ ਜਾਂ ਕਿਤੇ ਵੀ ਹੋਵੇ। ਸੋ ਇਹ ਵੈਲਿਊ ਸਿਸਟਮ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪ੍ਰਣਾਇਆ, ਇਹ ਸਾਨੂੰ ਵੱਖਰਿਆਉਂਦਾ, ਸਾਨੂੰ ਨਿਆਰਾਪਣ ਲਿਆਉਂਦਾ, ਤੇ ਸਾਡਾ ਜਿਹੜਾ ਵੱਖਰੇ ਧਰਮ ਦਾ ਕਨਸੈਪਟ ਹੈ, ਉਹਦੀਆਂ ਜੜ੍ਹਾਂ ਨੂੰ ਇੱਥੋਂ ਲੈ ਕੇ ਆਉਂਦਾ ਵੀ ਸਾਡਾ ਸਮੁੱਚੀ ਇੰਡੀਅਨ ਰਿਲੀਜੀਅਸ ਟਰਡੀਸ਼ਨ ਨਾਲ ਕੋਈ ਵੀ ਸੰਬੰਧ ਨਹੀਂ ਹੈ। ਸੋ ਗੁਰੂ ਨਾਨਕ ਦੇਵ ਜੀ ਨੇ 554 ਸਾਲ ਪਹਿਲਾਂ ਜਿਹੜੇ ਧਰਮ ਦੀ ਨੀਂਹ ਰੱਖੀ, ਉਹ ਬਿਲਕੁਲ ਨਿਆਰਾ ਸੀ, ਵੱਖਰਾ ਸੀ। ਸਮੁੱਚੀ ਇੰਡੀਅਨ ਰਿਲੀਜੀਅਸ ਟਰਡੀਸ਼ਨ ਦੇ ਵੈਲਿਊ ਸਿਸਟਮ ਨਾਲੋਂ ਇਹਦਾ ਵੈਲਿਊ ਸਿਸਟਮ ਵੀ ਵੱਖਰਾ ਸੀ, ਇਹਦੇ ਐਥਿਕਸ ਵੀ ਵੱਖਰੇ ਸੀ, ਔਰ ਇਹਦੇ ਜਿਹੜੇ ਨਿਸ਼ਾਨੇ ਮਿੱਥੇ ਮਨੁੱਖੀ ਬਰਾਬਰੀ, ਏਕਤਾ ਤੇ ਭਾਈਚਾਰਾ, ਉਹ ਵੀ ਵੱਖਰੇ ਸੀ। ਸੋ ਇਸ ਸੰਦਰਭ 'ਚ ਹੀ ਸਾਨੂੰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦਿਆਂ ਇਹ ਵਿਚਾਰਾਂ ਨੂੰ ਆਪਣੇ ਮਨ 'ਚ ਰੱਖਣਾ ਚਾਹੀਦਾ ਵੀ ਸਾਡਾ ਉਸ ਇੰਡੀਅਨ ਰਿਲੀਜੀਅਸ ਟਰਡੀਸ਼ਨ ਨਾਲ ਕੁਝ ਵੀ ਸਾਂਝਾ ਨਹੀਂ ਹੈ, ਬਿਲਕੁਲ ਵੱਖਰਾ ਹੈ, ਨਿਆਰਾ ਹੈ, ਪੈਰਾਡਾਈਮ ਸ਼ਿਫਟ ਹੈ ਔਰ ਰਿਵੋਲਟ ਹੈ ਉਸ ਤੋਂ ਜਿਹੜਾ ਨਿੱਜ ਤੱਕ ਸੀਮਤ ਸੀ। ਸੋ ਜਿਹੜਾ ਇੰਡੀਅਨ ਰਿਲੀਜੀਅਸ ਟਰਡੀਸ਼ਨ ਨਿੱਜ ਤੱਕ ਸੀਮਤ ਹੈ, ਨਿੱਜੀ ਮੁਕਤੀ ਚਾਹੁੰਦੀ ਹੈ, ਪਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਕਨਸੈਪਟ ਆ, ਜਿਹੜਾ 10 ਜਾਮਿਆਂ ਵਿੱਚ ਜਿਹੜਾ ਪੂਰਾ ਹੋਇਆ, ਉਹ ਸਮੁੱਚੇ ਸਮਾਜ ਦੀ ਮੁਕਤੀ, ਸਮੁੱਚੀ ਮਨੁੱਖਤਾ ਦੀ ਮੁਕਤੀ ਔਰ ਸਮੁੱਚੀ ਮਨੁੱਖਤਾ ਦੀ ਬਰਾਬਰੀ ਔਰ ਏਕਤਾ ਚਾਹੁੰਦੀ ਹੈ। ਇਹੋ ਹੀ ਸਾਡਾ ਫਰਕ ਹੈ ਇੰਡੀਅਨ ਰਿਲੀਜੀਅਸ ਟਰਡੀਸ਼ਨ ਨਾਲ। ਸੋ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਦਾ ਪੁਰਬ ਮਨਾਉਂਦਿਆਂ ਟਾਈਮ ਦੀ ਕਮੀ ਕਾਰਨ ਸਾਨੂੰ ਇਹ ਕਨਸੈਪਟ ਆ ਜਿਹੜੇ ਆਪਣੇ ਮਨ ਵਿੱਚ ਵਸਾਉਣੇ ਚਾਹੀਦੇ ਆ। ਇਹਨਾਂ ਦੇ ਆਧਾਰ 'ਤੇ ਹੀ ਸਾਨੂੰ ਜਿਹੜੀ ਆਪਣੀ ਅਗਲੀ ਅਕੈਡਮਿਕ ਜਿਹੜੀ ਹੈਗੀ ਆ ਐਕਸਰਸਾਈਜ਼ ਆ, ਉਹ ਕਰਨੀ ਚਾਹੀਦੀ ਆ ਵੀ ਨਿਆਰਾਪਣ, ਵੱਖਰਾਪਣ ਤੇ ਜਿਹੜਾ ਇੰਡੀਅਨ ਰਿਲੀਜੀਅਸ ਟਰਡੀਸ਼ਨ ਨਾਲੋਂ ਸਾਡਾ ਜਿਹੜੇ ਵੱਖਰੇ ਐਥਿਕਸ ਔਰ ਜਿਹੜਾ ਵੈਲਿਊ ਸਿਸਟਮ ਆ, ਉਹਨੂੰ ਪ੍ਰਚਾਰ ਤੇ ਪ੍ਰਸਾਰ ਦਾ ਸਾਨੂੰ ਕਾਰਜ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ।